ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਦੇ ਹਾਂ ਹਾਈਲਾਈਟ ਕਰੈਕਟ ਸਮਰੀ ਦੀ। ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ ਲਿਸਨਿੰਗ ਦੇ 3 ਟੌਪਿਕਸ: ਹਾਈਲਾਈਟ ਕਰੈਕਟ ਸਮਰੀ, MCQ ਸਿੰਗਲ ਆਨਸਰ ਤੇ ਤੁਹਾਡਾ ਜਿਹੜਾ ਲਾਸਟ ਦੇ ਵਿੱਚ ਆਉਂਦਾ ਹੈ ਸਿਲੈਕਟ ਮਿਸਿੰਗ ਵਰਡਸ। ਅੱਜ ਤਿੰਨੋਂ ਟੌਪਿਕ ਆਪਾਂ ਡਿਸਕਸ ਕਰਾਂਗੇ ਕਿਉਂਕਿ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈਗੀ ਹੈ ਸਕੋਰਸ ਦੀ ਉਹ ਕਾਫੀ ਘੱਟ ਹੈ, ਸੋ ਆਪਾਂ ਈਜ਼ਲੀ ਤਿੰਨੋਂ ਟੌਪਿਕ ਅੱਜ ਡਿਸਕਸ ਕਰ ਸਕਦੇ ਹਾਂ। ਤੇ ਫਸਟ ਟੌਪਿਕ ਹੈਗਾ ਹਾਈਲਾਈਟ ਕਰੈਕਟ ਸਮਰੀ। ਹਾਈਲਾਈਟ ਕਰੈਕਟ ਸਮਰੀ ਜਿਹੜਾ ਹੈਗਾ 4th ਮੋਡਿਊਲ ਹੈ ਲਿਸਨਿੰਗ ਸੈਕਸ਼ਨ ਦਾ, and it contribute in listening and the reading section also. ਇਹਦੇ scores ਦੀ contribution listening ਤੇ plus reading ਵਿੱਚ ਦੋਨਾਂ ਦੇ ਵਿੱਚ ਰਹੇਗੀ, and it will contribute 1 mark in listening and 2 marks in reading. ਤੁਹਾਡੇ 1 ਨੰਬਰ ਇਹ listening ਨੂੰ contribute ਕਰੇਗਾ ਤੇ 2 marks ਤੁਹਾਡੇ reading ਦੇ ਵਿੱਚ contribute ਕਰੇਗਾ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਤੁਹਾਡਾ ਟੈਕਸਟ ਹੈ ਤੁਹਾਡੀ ਸਕਰੀਨ ਤੇ ਸ਼ੋ ਹੁੰਦਾ ਹੈ ਕਿ ਜਿਹੜੇ ਤੁਹਾਡੀਆਂ ਆਪਸ਼ਨਸ ਗਿਵਨ ਹੁੰਦੀਆਂ ਨੇ ਕਿ ਤੁਹਾਡੀ ਕਿਹੜੀ ਸਮਰੀ ਹੈਗੀ ਆ ਉਹ ਕਰੈਕਟ ਹੈ, ਤੇ ਤੁਹਾਨੂੰ ਆਡੀਓ ਸੁਣਾਈ ਦਿੰਦੀ ਹੈ ਤੇ ਜਿਹੜੀ ਆਡੀਓ ਦੀ ਡਿਊਰੇਸ਼ਨ ਹੈਗੀ ਹੈ ਉਹ ਤੁਹਾਡੀ 30 to 90 ਸੈਕਿੰਡਸ ਹੁੰਦੀ ਹੈ, ਜਿਵੇਂ ਕਿ ਲਿਸਨਿੰਗ ਦੇ ਹਰੇਕ ਮੋਡਿਊਲ ਦੇ ਵਿੱਚ ਹੁੰਦੀ ਹੈ। ਤੇ ਆਡੀਓ ਦੇ ਵਿੱਚੋਂ ਤੁਸੀਂ ਕਨਕਲੂਡ ਕਰਨਾ ਹੁੰਦਾ ਹੈ ਕਿ ਜਿਹੜਾ ਉਹਨੇ ਪੈਰਾਗ੍ਰਾਫ ਦੇ ਵਿੱਚ ਕੁਐਸਚਨ ਪੁੱਛਿਆ ਹੈ ਕਿ ਤੁਹਾਡੀ ਜਿਹੜੀ ਆਡੀਓ ਹੈਗੀ ਆ ਉਹਦੇ ਵਿੱਚ ਕੀ ਡਿਸਕਸ ਹੋਇਆ ਜਾਂ ਫਿਰ ਉਹਦਾ ਕਨਕਲੂਜ਼ਨ ਪੁੱਛਿਆ ਜਾਂ ਕੁਝ ਹੋਰ ਪੁੱਛਿਆ, ਤਾਂ ਤੁਸੀਂ ਉਹਦੇ ਅਕੋਰਡਿੰਗ ਆਪਣੀ ਇੱਕ ਆਪਸ਼ਨ ਨੂੰ ਚੂਜ਼ ਕਰਨਾ ਹੁੰਦਾ ਹੈ। ਜਿਹੜੀ ਕਰੈਕਟ ਸਮਰੀ ਹੈ ਉਹਨੂੰ ਹਾਈਲਾਈਟ ਕਰਨਾ ਹੁੰਦਾ ਹੈ। ਸੋ ਇੱਕ ਹੀ ਆਪਸ਼ਨ ਕਰੈਕਟ ਹੁੰਦੀ ਹੈ ਤੇ ਇਹਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈਗੀ, ਐਂਡ ਯੂ ਵਿਲ ਗੈਟ 1 to 2 questions in the final exam. It depends number of questions ਕਿ ਤੁਹਾਨੂੰ ਟੋਟਲ ਕਿੰਨੇ ਕੁਐਸਚਨਸ ਨੇ ਲਿਸਨਿੰਗ ਦੇ, ਤਾਂ ਉਸ ਦੇ ਅਕੋਰਡਿੰਗ 1 ਜਾਂ 2 ਕੁਐਸਚਨਸ ਤੁਹਾਨੂੰ ਫਾਈਨਲ ਦੇ ਵਿੱਚ ਆਉਣੇ ਹੈ। ਤੇ ਇਹਦੇ ਵਿੱਚ ਜਿਹੜੀਆਂ ਤੁਹਾਡੀਆਂ ਸਕਿੱਲਸ ਅਵੈਲੂਏਟ ਹੁੰਦੀਆਂ ਨੇ ਉਹ ਲਿਸਨਿੰਗ ਤੇ ਰੀਡਿੰਗ ਦੋਨਾਂ ਦੀਆਂ ਸਕਿੱਲਸ ਅਵੈਲੂਏਟ ਹੁੰਦੀਆਂ ਨੇ। ਤੇ ਮੈਂ ਤੁਹਾਡੇ ਨਾਲ ਡਿਸਕਸ ਕਰਦੀ ਹਾਂ ਪਹਿਲਾਂ ਦਾ ਇੱਕ ਐਗਜ਼ਾਮਪਲ। ਆਪਾਂ ਇੱਕ ਐਗਜ਼ਾਮਪਲ ਹੀ ਡਿਸਕਸ ਕਰਾਂਗੇ ਤੇ ਐਗਜ਼ਾਮਪਲਸ ਜਿਹੜੇ ਮੈਂ ਲਏ ਨੇ ਉਹ AP ਯੂਨੀ ਤੋਂ ਹੀ ਲਏ ਨੇ। ਸੋ ਤੁਸੀਂ PT ਪ੍ਰੈਕਟਿਸ ਦੇ ਵਿੱਚ ਜਾਣਾ ਹੈ ਤੇ ਉਸ ਤੋਂ ਬਾਅਦ ਅਗੇਨ ਤੁਸੀਂ ਲਿਸਨਿੰਗ ਸੈਕਸ਼ਨ ਦੇ ਵਿੱਚ ਜਾਣਾ ਹੈ, ਦੈਨ ਹਾਈਲਾਈਟ ਕਰੈਕਟ ਸਮਰੀ। ਤੇ ਫॉर I actually ਐਗਜ਼ਾਮਪਲ want to ਆਪਾਂ caution against using. ਇਹ ਵਾਲੀ ਡਿਸਕਸ ਕਰਦੇ ਹਾਂ। My best piece of advice would be to join like-minded groups. So, for example, if you're into dance, join a dance group. And you can find a lot of these on, something like Meetup or some sort of app. But you want to find groups that are similar to you, and then you can build a friendship from there, because typically, if you're interested in something, those might be those type of people that you want to build a friendship with. One of my favorite quotes from Maya Angelou I think can apply to friendships. When someone shows you who they are, believe them the first time. So when you're building friendships with people, they're going to show you initially who they are. So trust that, and I'm a big proponent of trusting your instincts and investing in friendships that make you feel comfortable from the outset. ਸੋ ਇਹਦੇ ਵਿੱਚ ਜਿਹੜਾ ਉਹਨੇ ਕੁਐਸਚਨ ਪੁੱਛਿਆ ਸੀਗਾ ਉਹ ਸੀਗਾ ਕਲਿੱਕ ਔਨ ਦੀ ਪੈਰਾਗ੍ਰਾਫ ਦੈਟ ਬੈਸਟ ਰਿਲੇਟਸ ਟੂ ਦੀ ਰਿਕਾਰਡਿੰਗ। ਐਵੇਂ ਦੇ ਉਹ ਹਰੇਕ ਤੁਹਾਡੀ ਡਿਪੈਂਡ ਕਰਦਾ ਕਿ ਆਡੀਓ ਦੇ ਵਿੱਚ ਕੀ ਡਿਸਕਸ ਹੋ ਰਿਹਾ ਤੇ ਤੁਹਾਡਾ ਕੁਐਸਚਨ ਚੇਂਜ ਵੀ ਹੋ ਸਕਦਾ ਹੈ। ਅਦਰਵਾਈਜ਼ ਤੁਸੀਂ ਸਮਰੀ ਨੂੰ ਹੀ ਜਿਹੜੀ ਕਰੈਕਟ ਸਮਰੀ ਹੈ ਉਹਨੂੰ ਹੀ ਟਿਕ ਕਰਨਾ ਹੁੰਦਾ ਹੈ। ਸੋ ਜਦੋਂ ਵੀ ਤੁਸੀਂ ਸਮਰੀ ਸੁਣਦੇ ਹੋ ਤਾਂ ਕਈ ਬੱਚੇ ਕੀ ਕਰਦੇ ਨੇ ਕਿ ਉਹ ਨੋਟ ਕਰਨਾ ਸ਼ੁਰੂ ਕਰ ਦਿੰਦੇ ਨੇ। ਸੋ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਇਸ 'ਤੇ ਜ਼ਿਆਦਾ ਟਾਈਮ ਵੇਸਟ ਕਰਨਾ ਹੈ। ਸੋ ਤੁਸੀਂ ਉਸ ਦੇ ਵਿੱਚ ਹੀ ਸੋਚਣਾ ਹੈ ਕਿ ਮਤਲਬ ਇਹਦੇ ਵਿੱਚ ਕੀ ਉਹ ਡਿਸਕਸ ਕਰ ਰਿਹਾ। ਤੇ ਕਈ ਬੱਚੇ ਕੀ ਕਰਦੇ ਨੇ ਕਿ ਜਦੋਂ ਉਹਨਾਂ ਨੂੰ ਆਡੀਓ ਸੁਣਾਈ ਦਿੰਦੀ ਹੈ ਤਾਂ ਨਾਲ ਦੀ ਨਾਲ ਪੜ੍ਹਦੇ ਵੀ ਰਹਿੰਦੇ ਹੈ, ਬਟ ਈਜ਼ਲੀ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਕਿਉਂਕਿ ਜੋ ਆਪਾਂ ਨੇ ਇਹਦੇ ਵਿੱਚ ਆਡੀਓ ਦੇ ਵਿੱਚ ਸੁਣਿਆ, ਜਿਵੇਂ ਦਾ ਨਾਮ ਹੀ ਇੰਡੀਕੇਟ ਫਰੈਂਡਸ਼ਿਪ ਦੇ ਰਿਗਾਰਡਿੰਗ ਉਹਨੇ ਇੰਡੀਕੇਟ ਕੀਤਾ ਹੈ, ਤੇ ਇਹਦੇ ਵਿੱਚ ਤੁਸੀਂ ਇਹਦੇ ਪੋਜ਼ੀਟਿਵ ਪੁਆਇੰਟਸ ਦੇਖਣੇ ਨੇ ਕਿਉਂਕਿ ਉਹਨੇ ਬੈਸਟ ਰਿਲੇਟਸ ਪੁੱਛਿਆ, ਤਾਂ ਉਸ ਦੇ ਅਕੋਰਡਿੰਗ ਤੁਸੀਂ ਇਹਦੇ ਪੋਜ਼ੀਟਿਵ ਪੁਆਇੰਟਸ ਦੇਖੋਗੇ ਕਿ ਸਮਰੀ ਦੇ ਕੀ ਪੋਜ਼ੀਟਿਵ ਪੁਆਇੰਟ ਹੋ ਸਕਦੇ ਨੇ। ਸੋ ਜਿਹੜੀ ਫਰਸਟ ਜਿਹੜੀ ਸਾਡੀ ਲਾਈਨ ਹੈ ਉਹਦੇ ਵਿੱਚ ਉਹਨੇ ਲਿਖਿਆ ਵੀ ਸ਼ੁੱਡ ਨਾਟ ਟਰਸਟ ਅ ਪਰਸਨ। ਸੋ ਇਹ ਇੱਕ ਨੈਗੇਟਿਵ ਪੁਆਇੰਟ ਹੈ। ਸੋ ਇਹ ਤੁਹਾਡਾ ਕਨਕਲੂਜ਼ਨ ਨਹੀਂ ਹੋ ਸਕਦਾ ਕਿਉਂਕਿ ਆਪਾਂ ਬੈਸਟ ਰਿਲੇਟ ਕਰਨਾ ਹੈ ਅਕੋਰਡਿੰਗ ਟੂ ਦੀ ਆਡੀਓ ਜਿਹੜੀ ਤੁਸੀਂ ਸੁਣੀ ਹੈ। ਤੇ ਉਸ ਤੋਂ ਬਾਅਦ ਸੈਕਿੰਡ ਆਪਸ਼ਨ ਦੇ ਉਹਨੇ ਵਿੱਚ ਕਿਹਾ ਕਿ ਡੂ ਬਿਲਡ ਅ ਰਿਲੇਸ਼ਨਸ਼ਿਪ, ਫਰੈਂਡਸ਼ਿਪ ਐਂਡ ਇਫੈਕਟਿਵ ਵੇਜ਼ ਟੂ ਜੁਆਇਨ ਲਾਈਕ ਮਾਈਂਡਡ ਗਰੁੱਪ। ਇਹ ਉਹਨੇ ਡਿਸਕਸ ਕੀਤਾ ਸੀਗਾ ਹੂ ਸ਼ੇਅਰ ਦੀ ਸੇਮ ਇੰਟਰਸਟ ਐਂਡ ਯੂ ਸ਼ੁੱਡ ਟਰਸਟ ਯੂਅਰ ਇੰਸਟਿੰਕਟਸ। ਸੋ ਬੀ ਮਾਈਟ ਬੀ ਦੀ ਕਰੈਕਟ ਆਪਸ਼ਨ। ਆਪਾਂ ਅੱਗੇ ਸੀ ਦੀ ਗੱਲ ਅਗਰ ਕਰੀਏ ਤਾਂ ਵੈਨ ਮੀਟਿੰਗ ਵਿਦ ਸਮਵਨ ਇਨ ਅ ਲਾਈਕ ਮਾਈਂਡਡ ਗਰੁੱਪ ਯੂ ਸ਼ੁੱਡ ਨੈਵਰ ਟਰਸਟ, ਤਾਂ ਨੈਵਰ ਟਰਸਟ ਵਾਲੀ ਗੱਲ ਨਹੀਂ ਹੋਈ ਸੀ, ਸੋ ਸੀ ਕਾਂਟ ਬੀ ਦੀ ਆਪਸ਼ਨ। Now D is the people tend to discuss who they really are initially and avoid trusting strangers. So strangers ਦੀ ਵੀ ਉਹਦੇ ਵਿੱਚ ਗੱਲ ਨਹੀਂ ਹੋਈ। ਸੋ ਮੇਰੇ ਅਕੋਰਡਿੰਗ ਜਿਹੜਾ ਆਪਸ਼ਨ ਕਰੈਕਟ ਹੋ ਸਕਦਾ ਹੈ ਉਹ B ਹੋ ਸਕਦਾ ਹੈ ਕਿਉਂਕਿ ਇਹ ਥੋੜਾ ਰਿਲੇਟ ਕਰ ਰਿਹਾ। ਉਸ ਤੋਂ ਬਾਅਦ ਤੁਸੀਂ ਸਬਮਿਟ ਕਰਨਾ ਹੈ ਤੇ ਇਹ ਤੁਹਾਡਾ ਇੱਕ ਤੁਹਾਡੇ ਜਿਹੜਾ ਸਕੋਰ ਹੈ ਉਹ 1/1 ਹੈ ਕਿਉਂਕਿ ਇੱਕ ਹੀ ਆਪਸ਼ਨ ਕਰੈਕਟ ਹੁੰਦੀ ਹੈ, ਸੋ ਇੱਕ ਹੀ ਤੁਹਾਨੂੰ ਪੁਆਇੰਟ ਮਿਲੇਗਾ। ਸੋ ਇਸ ਤਰ੍ਹਾਂ ਤੁਸੀਂ ਹਾਈਲਾਈਟ ਕਰੈਕਟ ਸਮਰੀ ਨੂੰ ਮਤਲਬ ਕਰ ਸਕਦੇ ਹੋ। ਤੁਸੀਂ ਜ਼ਿਆਦਾ ਇਹ 'ਤੇ ਪ੍ਰੈਕਟਿਸ ਦੀ ਲੋੜ ਨਹੀਂ ਹੈਗੀ, 1-2 ਵਾਰ ਤੁਸੀਂ ਕਰ ਲਓ ਜਾਂ ਤੁਸੀਂ ਜਦੋਂ ਸੈਕਸ਼ਨ ਟੈਸਟ ਜਾਂ ਮੌਕ ਟੈਸਟ ਦਿੰਦੇ ਹੋ ਤਾਂ ਉਹਦੇ ਵਿੱਚ ਵੀ ਤੁਹਾਡੀ ਪ੍ਰੈਕਟਿਸ ਹੋ ਜਾਂਦੀ ਹੈ।
ਸੋ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਆਪਣਾ ਨੈਕਸਟ ਟੌਪਿਕ ਹੈ MCQ ਸਿੰਗਲ ਆਨਸਰ। MCQ ਸਿੰਗਲ ਆਨਸਰ ਜਿਹੜਾ ਹੈਗਾ ਉਹ 5th ਮੋਡਿਊਲ ਹੈ ਲਿਸਨਿੰਗ ਸੈਕਸ਼ਨ ਦਾ, ਤੇ ਇਹਦੀ ਜਿਹੜੀ ਸਕੋਰਸ ਦੀ ਕੰਟਰੀਬਿਊਸ਼ਨ ਰਹੇਗੀ ਉਹ ਸਿਰਫ ਲਿਸਨਿੰਗ ਸੈਕਸ਼ਨ ਦੇ ਵਿੱਚ ਹੀ ਰਹੇਗੀ। ਸਿਰਫ ਇਹਦੀ ਜਿਹੜੀ ਸਕੋਰਸ ਦੀ ਕੰਟਰੀਬਿਊਸ਼ਨ ਹੈ ਉਹ ਲਿਸਨਿੰਗ ਸੈਕਸ਼ਨ ਦੇ ਵਿੱਚ ਹੈ। ਇਟ ਵਿਲ ਕੰਟਰੀਬਿਊਟ ਓਨਲੀ 1 ਮਾਰਕ ਇਨ ਦੀ ਲਿਸਨਿੰਗ ਸੈਕਸ਼ਨ। ਇਹਦੇ ਵਿੱਚ ਕੀ ਹੋਏਗਾ ਕਿ ਅਗੇਨ ਟੈਕਸਟ ਵਿਲ ਸ਼ੋ ਔਨ ਸਕਰੀਨ ਐਂਡ ਆਡੀਓ ਵਿਲ ਸਟਾਰਟ ਇਨ 3 seconds। ਇਸ ਜਿਹੜਾ ਹੈਗਾ ਸਾਡਾ ਜਿਹੜਾ ਮੋਡਿਊਲ ਹੈ ਟਾਸਕ ਹੈ ਇਟ ਇਜ਼ ਸਮਵਟ ਸਿਮਿਲਰ ਟੂ ਦੀ MCQ ਇਨ ਦੀ ਰੀਡਿੰਗ ਸੈਕਸ਼ਨ। ਉਹਦੇ ਵਿੱਚ ਆਪਾਂ ਨੂੰ ਪੈਰਾਗ੍ਰਾਫ ਸਕਰੀਨ ਤੇ ਸ਼ੋ ਹੋ ਰਿਹਾ ਸੀ, ਇਹਦੇ ਵਿੱਚ ਆਪਾਂ ਨੂੰ ਆਡੀਓ ਸੁਣਾਈ ਦੇਗੀ, ਤਾਂ ਉਸ ਦੇ ਅਕੋਰਡਿੰਗ ਆਪਾਂ ਨੇ ਜਿਹੜਾ ਉਹਨੇ ਕੁਐਸਚਨ ਪੁੱਛਿਆ ਇੱਕ ਆਪਸ਼ਨ ਨੂੰ ਚੂਜ਼ ਕਰਨਾ ਹੈ। ਓਨਲੀ ਵਨ ਆਪਸ਼ਨ ਇਜ਼ ਦੀ ਕਰੈਕਟ ਵਿਦਿਨ ਦੀ ਗਿਵਨ ਆਪਸ਼ਨਸ ਐਂਡ ਦੇयर ਇਜ਼ no negative marking. So this is a simple task as compared to other task in the listening section, and you will get 1 to 2 questions in the final exam. It depends number of questions, and audio up to 30 to 90 second audio ਦੀ ਜਿਹੜੀ ਡਿਊਰੇਸ਼ਨ ਹੈ ਉਹ ਸੇਮ ਹੁੰਦੀ ਹੈ ਜਿਹੜੀ ਆਪਣੀ ਬਾਕੀਆਂ ਦੇ ਵਿੱਚ ਸੀਗੀ 30 to 90 seconds ਦੀ, ਤੇ ਆਡੀਓ ਤੁਸੀਂ ਸਿਰਫ ਇੱਕ ਵਾਰ ਹੀ ਸੁਣ ਸਕਦੇ ਹੋ, ਉਹਨੂੰ ਦੁਬਾਰਾ ਪਲੇ ਨਹੀਂ ਕਰ ਸਕਦੇ। ਐਂਡ ਯੂਰ ਸਕੋਰ ਵਿਲ ਬੀ evaluated based on your listening skills, ਕਿਉਂਕਿ ਇਹ ਸਕੋਰ ਸਿਰਫ ਲਿਸਨਿੰਗ ਨੂੰ ਦੇ ਰਿਹਾ ਹੈ, ਸੋ ਤੁਹਾਡੇ ਲਿਸਨਿੰਗ ਦੇ ਸਕੋਰਸ ਦੀ ਹੀ ਇਹਦੇ ਵਿੱਚ evaluation ਹੋਏਗੀ। ਸੋ ਆਪਾਂ ਇੱਕ ਇਹਦਾ ਐਗਜ਼ਾਮਪਲ ਡਿਸਕਸ ਕਰਦੇ ਹਾਂ। ਅਗੇਨ ਜਿਹੜਾ ਮੈਂ ਐਗਜ਼ਾਮਪਲ ਲਿਆ AP ਯੂਨੀ ਤੋਂ ਹੀ ਲਿਆ, ਮਲਟੀਪਲ ਚੁਆਇਸ ਸਿੰਗਲ ਆਨਸਰ। ਸੋ ਫॉर एग्जांपल There's growing alarm over plunging insect populations with climate. First there was the keyboard, then the touchscreen. Some tech companies say a wearable pair of glasses could be the next leap in technology, even if it didn't work out for Google Glass. In the future, we won't be only limited to our smartphones when it comes to understanding the world around us. So this is our early investment in that future. The US-based company Snap's investment is this, the Spectacles 3 sunglasses. This third version is smarter than the previous ones. It has 2 cameras. The corner of the glasses lights up when recording video, and allows the wearer to put 3D objects in the video. Here are some flowers. Users can capture up to a minute of video. ਨਾਓ ਇੱਥੇ ਜਿਹੜੀ ਤੁਹਾਡੀ ਆਡੀਓ ਸੀਗੀ ਉਹ 40 seconds ਦੀ ਸੀਗੀ, ਤੇ ਉਹਦੇ ਵਿੱਚ ਉਹਨੇ ਕੁਐਸਚਨ ਪੁੱਛਿਆ ਵਿਚ ਵਨ ਆਫ ਦੀ ਫੋਲੋਇੰਗ ਸਟੇਟਮੈਂਟਸ ਅਬਾਊਟ ਦੀ ਸਪੈਕਟੀਕਲਸ 3 ਗਲਾਸਿਸ ਇਜ਼ ਟਰੂ। ਸੋ ਇਹਦੇ ਵਿੱਚ 4 ਆਪਸ਼ਨਸ ਦਿੱਤੀਆਂ ਨੇ, ਬਟ ਇਹਦੇ ਵਿੱਚੋਂ ਇੱਕ ਹੀ ਆਪਸ਼ਨ ਕਰੈਕਟ ਹੋਏਗੀ। ਸੋ ਫਸਟ ਹੈਗੀ ਹੈ ਇਟ ਹੈਜ਼ ਸੋਲਡ ਮੋਰ ਦੈਨ ਗੂਗਲ ਗਲਾਸਿਸ ਔਨ ਦੀ ਮਾਰਕੀਟ। ਇਹਦੇ ਵਿੱਚ ਐਵੇਂ ਦੀ ਕੋਈ ਮੋਰ ਦੈਨ ਸੋਲਡ ਵਾਲੀ ਗੱਲ ਨਹੀਂ ਹੋਈ। ਸੈਕਿੰਡ ਹੈਗੀ ਹੈ ਇਟ ਕੈਨ ਅਟਰੈਕਟ ਮੋਰ ਫਿਊਚਰ ਇਨਵੈਸਟਮੈਂਟ ਇਨ ਦੀ ਫਿਊਚਰ। ਆਈ ਥਿੰਕ ਇਹ ਵੀ ਉਹਨੇ ਡਿਸਕਸ ਨਹੀਂ ਕੀਤਾ। ਐਂਡ ਇਟ ਇਜ਼ ਦੀ ਥਰਡ ਵਰਜ਼ਨ ਆਫ ਦੀ ਗੂਗਲ ਗਲਾਸ, ਐਂਡ ਇਟ ਇਜ਼ ਏਬਲ ਟੂ ਮੇਕ ਅ 1 minute ਲੌਂਗ ਵੀਡੀਓ। ਸੋ ਜਦੋਂ ਉਹਨੇ ਆਡੀਓ ਸਟਾਰਟ ਕੀਤੀ ਸੀਗੀ ਤਾਂ ਉੱਥੇ ਸਪੈਕਟੀਕਲਸ ਦੀ ਗੱਲ ਹੀ ਹੋ ਰਹੀ ਸੀ, ਬਟ ਐਂਡ ਦੇ ਵਿੱਚ ਜਦੋਂ ਉਹਨੇ ਕਨਕਲੂਡ ਕੀਤਾ ਤਾਂ ਉਹਨੇ ਇਹੀ ਕਨਕਲੂਡ ਕੀਤਾ ਸੀਗਾ ਕਿ ਇਟ ਇਜ਼ ਏਬਲ ਟੂ ਮੇਕ ਅ 1 minute ਲੌਂਗ ਵੀਡੀਓ, ਮੀਨਸ ਉਹਦੇ ਫੀਚਰਸ ਹੀ ਡਿਸਕਸ ਕੀਤੇ ਸੀਗੇ। ਸੋ D might be the correct option. Now submit it and this is your score. Again ਇਹ ਇੱਕ ਨੰਬਰ ਹੀ ਕੰਟਰੀਬਿਊਟ ਕਰਦਾ ਹੈ, ਸੋ ਤੁਹਾਡਾ ਜਿਹੜਾ ਇੱਕ ਨੰਬਰ ਜਾਏਗਾ ਉਹ ਲਿਸਨਿੰਗ ਦੇ ਵਿੱਚ ਹੀ ਜਾਏਗਾ। ਇਹ ਵੀ ਕੋਈ ਜ਼ਿਆਦਾ ਇੰਪੋਰਟੈਂਟ ਟਾਸਕ ਨਹੀਂ ਹੈਗਾ। ਜਦੋਂ ਤੁਸੀਂ ਫ੍ਰੀ ਬੈਠੇ ਹੋ ਜਾਂ ਤੁਸੀਂ ਜਦੋਂ ਸੈਕਸ਼ਨ ਟੈਸਟ ਦੇ ਰਹੇ ਹੋ ਉਦੋਂ ਹੀ ਤੁਹਾਨੂੰ ਮਤਲਬ ਤੁਸੀਂ 2-4 ਸੈਕਸ਼ਨ ਟੈਸਟ ਦਿੰਦੇ ਹੋ ਤਾਂ ਤੁਹਾਡੀ ਪ੍ਰੈਕਟਿਸ ਹੋ ਜਾਂਦੀ ਹੈ। ਮੀਨਸ ਇਹ 'ਤੇ ਤੁਹਾਨੂੰ ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਨਹੀਂ ਹੈਗੀ। ਅੱਗੇ ਆਪਾਂ ਡਿਸਕਸ ਕਰਦੇ ਹਾਂ select missing word. Select missing word is the 6th module of the listening section, and it contribute in listening section only. It is scores the contribution again listening section ਦੇ ਵਿੱਚ ਹੀ ਹੈ, ਤੇ and it will contribute only 1 mark in the listening section. ਇਹਦੇ ਵਿੱਚ ਕੀ ਹੋਏਗਾ ਕਿ ਟੈਕਸਟ ਵਿਲ ਸ਼ੋ ਔਨ ਸਕਰੀਨ ਐਂਡ ਆਡੀਓ ਵਿਲ ਸਟਾਰਟ ਇਨ 3 seconds. ਜੋ ਵੀ ਉਹਨੇ ਕੁਐਸਚਨ ਪੁੱਛਿਆ ਮਤਲਬ ਜਿਹੜੇ ਵਰਡਸ ਨੇ ਉਹ ਤੁਹਾਡੀ ਸਕਰੀਨ ਤੇ ਸ਼ੋ ਹੋਣਗੇ, ਤੇ ਤੁਹਾਨੂੰ ਇੱਕ ਆਡੀਓ ਸੁਣਾਈ ਦੇਗੀ ਜੋ ਵਿਦਨ 3 seconds ਸਟਾਰਟ ਹੋ ਜਾਏਗੀ। ਇਹਦੇ ਵਿੱਚ ਕੀ ਹੁੰਦਾ ਕਿ ਲਾਸਟ ਵਰਡ ਦੀ ਆਫ ਦੀ ਆਡੀਓ ਵਿਲ ਬੀ ਰਿਪਲੇਸਡ ਬਾਈ ਦੀ ਬੀਪ ਸਾਊਂਡ। ਜਿਹੜਾ ਵੀ ਤੁਹਾਡਾ ਆਡੀਓ ਦਾ ਲਾਸਟ ਵਰਡ ਹੋਏਗਾ ਉਹ ਇੱਕ ਬੀਪ ਸਾਊਂਡ ਦੇ ਨਾਲ ਰਿਪਲੇਸ ਹੋਏਗਾ, ਤੇ ਉਹਦੇ ਵਿੱਚੋਂ ਤੁਹਾਡੀਆਂ ਆਪਸ਼ਨਸ ਗਿਵਨ ਹੋਣਗੀਆਂ। ਤੁਸੀਂ ਇੱਕ ਆਪਸ਼ਨ ਨੂੰ ਚੂਜ਼ ਕਰਨਾ ਹੈ। ਅਗਰ ਤੁਹਾਡੀ ਆਪਸ਼ਨ ਕਰੈਕਟ ਹੈ ਤਾਂ ਤੁਹਾਨੂੰ ਮਾਰਕਸ ਮਿਲਣਗੇ। ਇਨ ਕੇਸ ਤੁਸੀਂ ਇਨਕਰੈਕਟ ਆਪਸ਼ਨ ਨੂੰ ਟਿਕ ਕਰਦੇ ਹੋ ਤਾਂ ਤੁਹਾਡਾ ਕੋਈ ਮਾਰਕਸ ਡਿਡਕਟ ਨਹੀਂ ਹੋਏਗਾ, ਬਟ ਤੁਹਾਨੂੰ 0 ਮਾਰਕਸ ਹੀ ਮਿਲਣਗੇ। ਸੋ ਤੁਸੀਂ ਇਸ ਕੁਐਸਚਨ ਨੂੰ ਅਟੈਂਪਟ ਜ਼ਰੂਰ ਕਰਨਾ ਹੈ ਇਨ ਕੇਸ ਅਗਰ ਤੁਸੀਂ ਸ਼ੋਰ ਨਹੀਂ ਹੋ ਕਿ ਇਹਦਾ ਆਪਸ਼ਨ ਕੀ ਹੋ ਸਕਦਾ ਹੈ। ਸੋ ਇਹ ਵੀ ਇੱਕ ਸਿੰਪਲ ਜਿਹਾ ਟਾਸਕ ਹੈ, ਐਂਡ ਯੂ ਵਿਲ ਗੈਟ 1 to 2 questions in the final exam. ਤੇ ਅਗੇਨ ਜਿਹੜੀ ਆਡੀਓ ਰਹੇਗੀ ਉਹ 30 to 90 seconds ਦੇ ਵਿੱਚ ਵੇਰੀ ਕਰ ਸਕਦੀ ਹੈ, ਤੇ ਇਹਦੇ ਵਿੱਚ ਵੀ ਤੁਸੀਂ ਆਡੀਓ ਨੂੰ ਦੁਬਾਰਾ ਚਲਾ ਕੇ ਨਹੀਂ ਦੇ ਸਕਦੇ, ਇੱਕ ਵਾਰੀ ਉਹ ਪਲੇ ਹੋਏਗੀ। ਐਂਡ ਯੂਰ ਸਕੋਰ ਵਿਲ ਬੀ evaluated based on your
ਲਿਸਨਿੰਗ ਸਕਿੱਲਸ, ਤੁਹਾਡੀਆਂ ਲਿਸਨਿੰਗ ਸਕਿੱਲਸ ਦੀ ਹੀ ਸਕੋਰ ਦੀ ਇੱਥੇ ਇਵੈਲੂਏਸ਼ਨ ਹੋਏਗੀ। ਸੋ ਇਹਦਾ ਵੀ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, ਕਿਉਂਕਿ ਐਗਜ਼ਾਮਪਲ ਦੇ ਨਾਲ ਤੁਹਾਨੂੰ ਥੋੜਾ ਈਜ਼ੀਲੀ ਸਮਝ ਆ ਜਾਂਦਾ ਹੈ ਕਿ ਤੁਸੀਂ ਕੀ ਇਹਦੇ 'ਚ ਡਿਸਕਸ ਕਰ ਰਹੇ ਹੋ। ਸੋ ਆਪਾਂ ਫਸਟ Nature's ਹੀ ਲੈਂਦੇ instruments ਹਾਂ। for Nature's instruments for survival can be a godsend until they begin to affect us in instruments for survival. ਸੋ ਇਹਦੇ ਵਿੱਚ ਤੁਹਾਡਾ ਉਹਨੇ ਮੈਂਸ਼ਨ ਕੀਤਾ ਹੋਇਆ ਐਟ ਦੀ ਐਂਡ ਆਫ ਦੀ ਰਿਕਾਰਡਿੰਗ ਦੀ ਲਾਸਟ ਵਰਡ ਔਰ ਗਰੁੱਪ ਆਫ ਵਰਡਸ ਹੈਜ਼ ਬੀਨ ਰਿਪਲੇਸਡ ਬਾਈ ਅ ਬੀਪ, ਸਿਲੈਕਟ ਦੀ ਕਰੈਕਟ ਆਪਸ਼ਨ ਟੂ ਕੰਪਲੀਟ ਦੀ ਰਿਕਾਰਡਿੰਗ। ਇਹਦੇ ਵਿੱਚ ਇੱਕ ਸਿੰਗਲ ਵਰਡ ਵੀ ਹੋ ਸਕਦਾ ਹੈ, ਕਈ ਵਾਰ 2 ਵਰਡਸ ਵੀ ਹੁੰਦੇ ਨੇ, ਬਟ ਮੋਸਟਲੀ ਤੁਹਾਡੇ ਸਿੰਗਲ ਵਰਡਸ ਹੀ ਹੁੰਦੇ ਨੇ। ਸੋ ਤੁਸੀਂ ਇਹਦੇ ਵਿੱਚੋਂ ਆਪਸ਼ਨ ਨੂੰ ਚੂਜ਼ ਕਰਨਾ ਹੈ ਤੇ ਆਡੀਓ ਨੂੰ ਧਿਆਨ ਨਾਲ ਸੁਣਨਾ ਹੈ ਜਦੋਂ ਵੀ ਤੁਸੀਂ ਆਡੀਓ ਚਲਾ ਰਹੇ ਹੋ, ਕਿਉਂਕਿ ਜਦੋਂ ਤੁਹਾਨੂੰ ਪੂਰੀ ਆਡੀਓ ਸੁਣਨੀ ਪਏਗੀ, ਕਿਉਂਕਿ ਬੱਚੇ ਕੀ ਕਰਦੇ ਨੇ ਕਿ ਉਹ ਸਿਰਫ ਲਾਸਟ ਵਰਡਸ ਤੇ ਹੀ ਫੋਕਸ ਕਰਦੇ ਨੇ ਕਿ ਅਸੀਂ ਉਹੀ ਸੁਣਨਾ ਹੈ। ਬਟ ਅਗਰ ਤੁਸੀਂ ਪੂਰੀ ਆਡੀਓ ਸੁਣਦੇ ਹੋ ਤਾਂ ਤੁਹਾਨੂੰ ਇਹ ਪਤਾ ਹੋਏਗਾ ਕਿ ਇਸ ਚੀਜ਼ ਦਾ ਟੌਪਿਕ ਕੀ ਹੈ ਤੇ ਕੀ ਤੁਹਾਡਾ ਜਿਹੜਾ ਆਪਸ਼ਨ ਹੈ ਉਹ ਕਰੈਕਟ ਹੋ ਸਕਦਾ ਹੈ। Can be a godsend until they begin to affect us in destructive ways. Someone's negative characteristics can cloud their favorable traits to such an extent that we cannot see the positive anymore. In our biased minds, this person has become purely evil. It's pretty difficult not to feel repulsed by someone who doesn't have any positive traits, let alone forgive them. So, we might want to look beyond the vast specter of negativity and see that the people we resent are also carrying good within them and that it's human to possess both evil and ਸੋ ਨੇ ਜਿਹੜਾ ਲਾਸਟ ਦੇ ਵਿੱਚ ਡਿਸਕਸ ਕੀਤਾ ਬੋਥ ਈਵਲ ਐਂਡ ਗੁੱਡ। ਸੋ ਈਵਲ ਦੀ ਅਗਰ ਆਪਾਂ ਗੱਲ ਕਰ ਰਹੇ ਹਾਂ ਤਾਂ ਗੁੱਡ ਹੋ ਸਕਦਾ ਹੈ, ਕਿਉਂਕਿ ਪਿਓਰਿਟੀ ਨਹੀਂ ਆਏਗਾ, ਪੋਜ਼ਿਟਿਵਿਟੀ ਜਾਂ ਨੈਗੇਟਿਵਿਟੀ ਨਹੀਂ ਆਏਗਾ, ਕਿਉਂਕਿ ਅਗਰ ਉਹ ਪੋਜ਼ਿਟਿਵਿਟੀ ਕਹਿੰਦਾ ਤਾਂ ਉਹਦੇ ਨਾਲ ਨੈਗੇਟਿਵਿਟੀ ਆਉਣਾ ਸੀ, ਜਾਂ ਨੈਗੇਟਿਵਿਟੀ ਦੇ ਨਾਲ ਪੋਜ਼ਿਟਿਵਿਟੀ ਆਉਣਾ ਸੀ। ਸੋ ਗੁੱਡ ਕੈਨ ਬੀ ਦੀ ਰਾਈਟ ਆਪਸ਼ਨ। ਤੇ ਇਹ ਤੁਹਾਡਾ ਸਕੋਰ ਹੈਗਾ। ਸੋ ਐਵੇਂ ਦੇ ਤੁਹਾਡੀਆਂ ਮਤਲਬ ਐਵੇਂ ਦਾ ਹੀ ਤੁਹਾਨੂੰ ਫਾਈਨਲ ਦੇ ਵਿੱਚ ਆਏਗਾ। ਸੇਮ ਹੀ ਤੁਹਾਡੇ ਕੁਐਸਚਨਸ ਕਈ ਵਾਰ ਰਿਪੀਟ ਵੀ ਹੁੰਦੇ ਨੇ। ਇਸ ਤੋਂ ਬਾਅਦ ਵੀ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ, ਤੁਹਾਨੂੰ ਕਿਸੇ ਟੌਪਿਕ 'ਚ ਇਸ਼ੂ ਆ ਰਿਹਾ ਹੈ, ਤਾਂ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ, ਮੈਨੂੰ ਮੇਲ ਕਰ ਸਕਦੇ ਹੋ, ਕਮੈਂਟ ਬਾਕਸ ਦੇ ਵਿੱਚ ਆਪਣੇ ਡਾਊਟਸ ਲਿਖ ਸਕਦੇ ਹੋ। ਤੇ ਜੇ ਹਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਤੇ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰਨਾ ਨਹੀਂ ਭੁੱਲਣਾ। ਐਂਡ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।